ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵਨੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਸ਼ੋਅ ਰਾਹੀਂ ਅਸੀਂ ਤੁਹਾਨੂੰ ਹਰੇਕ ਬਿਮਾਰੀ ਬਾਰੇ ਦੱਸਦੇ ਹਾਂ ਜੋ ਲੋਕਾਂ ਦੇ ਲਈ ਇਸ ਸਮੇਂ ਪਰੇਸ਼ਾਨੀ ਬਣੀਆਂ ਹੋਈਆਂ ਨੇ। ਪਰ ਇਹਨਾਂ ਬਿਮਾਰੀਆਂ ਤੋਂ ਦੂਰ ਰਹਿਣ ਦਾ ਇਲਾਜ ਕੀ ਹੈ ਇਹ ਜਾਣਨਾ ਵੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸਭ ਤੋਂ ਵਧੀਆ ਤਰੀਕਾ ਹੈ ਧਿਆਨ ਲਗਾਉਣਾ ਜਾਂ ਫਿਰ ਕਹਿ ਲਓ ਕਿ ਮੈਡੀਟੇਸ਼ਨ। ਅੱਜ ਦਾ ਸਾਡਾ ਇਹੀ ਟੌਪਿਕ ਹੈ ਕਿ ਮੈਡੀਟੇਸ਼ਨ ਸਾਡੇ ਲਈ ਕਿੰਨੀ ਕੁ ਜ਼ਰੂਰੀ ਹੈ। ਮੈਡੀਟੇਸ਼ਨ ਕਰਨ ਦੇ ਨਾਲ ਅਸੀਂ ਕਿੰਨਾ ਕੁ ਸ਼ਾਂਤ ਰਹਿ ਸਕਦੇ ਹਾਂ, ਗੁੱਸੇ ਤੇ ਕਾਬੂ ਕਿਵੇਂ ਹੋ ਸਕਦਾ ਹੈ, ਜਾਂ ਕਹਿ ਲਓ ਸਾਡੀ ਜੋ ਰੋਜ਼ਾਨਾ ਦੀ ਲਾਈਫ ਹੈ, ਰੂਟੀਨ ਲਾਈਫ ਦੇ ਵਿੱਚ ਮੈਡੀਟੇਸ਼ਨ ਦੇ ਨਾਲ ਕੀ ਚੇਂਜਸ ਆਉਂਦੇ ਨੇ, ਉਹ ਸਭ ਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ। ਮੈਡੀਟੇਸ਼ਨ ਕਰਨ ਦੇ ਬਹੁਤ ਸਾਰੇ ਹੋਰ ਵੀ ਫਾਇਦੇ ਹੁੰਦੇ ਨੇ। ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਸਰੀਰ ਨੂੰ ਆਰਾਮ ਮਿਲਦਾ ਹੈ। ਪਰ ਕਈ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਮੈਡੀਟੇਸ਼ਨ ਕਿਵੇਂ ਕਰਦੇ ਆ, ਮੈਡੀਟੇਸ਼ਨ ਕਰਨ ਦਾ ਸਹੀ ਤਰੀਕਾ ਕੀ ਹੈ, ਧਿਆਨ ਕਿਸ ਤਰ੍ਹਾਂ ਲਗਾਇਆ ਜਾਵੇ। ਇਸ ਲਈ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਅਸੀਂ ਇਸ ਦੇ ਨਾਲ ਮਾਹਿਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਸ ਸੰਬੰਧੀ। ਪਰ ਸਭ ਤੋਂ ਪਹਿਲਾਂ ਇਸੇ ਸੰਬੰਧੀ ਸਾਡੀ ਇੱਕ ਖਾਸ ਰਿਪੋਰਟ ਦੇਖ ਲੈਂਦੇ ਹਾਂ। ਮੌਜੂਦਾ ਸਮੇਂ ਵਿੱਚ ਮੈਡੀਟੇਸ਼ਨ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਇੱਕ ਬੈਲੈਂਸ ਸਥਾਪਿਤ ਕਰਨ ਦੇ ਲਈ ਸਭ ਤੋਂ ਚੰਗੇ ਤਰੀਕਿਆਂ ਵਿੱਚੋਂ ਇੱਕ ਹੈ। ਮੈਡੀਟੇਸ਼ਨ ਦਾ ਮਤਲਬ ਧਿਆਨ ਲਗਾਉਣਾ ਹੈ, ਕਿਉਂਕਿ ਇਸ ਦੇ ਨਾਲ ਪੋਜ਼ਿਟਿਵ એનર્ਜੀ ਦਾ ਸੰਚਾਰ ਹੁੰਦਾ ਹੈ। ਮੈਡੀਟੇਸ਼ਨ ਕਰਨ ਦੇ ਨਾਲ ਧਿਆਨ ਕਿਸੇ ਚੀਜ਼ ਤੇ ਕੇਂਦਰਿਤ ਹੁੰਦਾ ਹੈ। ਇਸ ਨਾਲ ਤਣਾਅ ਵੀ ਘੱਟ ਹੁੰਦਾ ਹੈ ਤੇ ਮਾਨਸਿਕ ਸਿਹਤ ਨੂੰ ਵੀ ਫਾਇਦਾ ਹੁੰਦਾ ਹੈ। ਰੋਜ਼ ਸਵੇਰੇ ਮੈਡੀਟੇਸ਼ਨ ਕਰਨ ਦੇ ਨਾਲ ਤੁਸੀਂ ਸਾਰਾ ਦਿਨ ਸਿਹਤਮੰਦ ਅਤੇ ਚੁਸਤ ਵੀ ਰਹੋਗੇ। ਤਾਂ ਆਓ ਫਿਰ ਜਾਣਦੇ ਹਾਂ ਕਿ ਮੈਡੀਟੇਸ਼ਨ ਕਰਨ ਦੇ ਨਾਲ ਤੁਹਾਨੂੰ ਕੀ ਫਾਇਦੇ ਹੋਣਗੇ। ਮੈਡੀਟੇਸ਼ਨ ਕਰਨ ਦੇ ਕੀ ਹੈ ਫਾਇਦੇ? ਭਾਵਨਾਤਮਕ ਸਿਹਤ ਵਿੱਚ ਸੁਧਾਰ ਹੋਣਾ, ਤਣਾਅ ਘੱਟ ਹੋਣਾ, ਸਿਹਤ ਵਿੱਚ ਚੰਗਾ ਸੁਧਾਰ, ਸਰੀਰ ਵਿੱਚ ਪੋਜ਼ਿਟਿਵ ਊਰਜਾ ਦਾ ਹੋਣਾ, ਨੀਂਦ ਦੀ ਗੁਣਵੱਤਾ ਵਿੱਚ ਵਾਧਾ, ਬਲੱਡ ਪ੍ਰੈਸ਼ਰ ਦਾ ਸੰਤੁਲਨ ਬਣਾਈ ਰੱਖਣਾ, ਬੁਰੀਆਂ ਆਦਤਾਂ ਛੱਡਣ ਵਿੱਚ ਮਦਦਗਾਰ। ਮੈਡੀਟੇਸ਼ਨ ਗੁੱਸੇ ਤੇ ਕਿਵੇਂ ਕਰਦੀ ਹੈ ਕਾਬੂ? ਗੁੱਸੇ ਵਿੱਚ ਕਿਸੇ ਵੀ ਵਿਅਕਤੀ ਦੀਆਂ ਭਾਵਨਾਵਾਂ ਤੇ ਕਾਬੂ ਨਹੀਂ ਹੁੰਦਾ। ਗੁੱਸੇ ਵਿੱਚ ਸੋਚਣ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਹੈ। ਗੁੱਸੇ ਵਿੱਚ ਦਿਲ ਦੀ ਧੜਕਨ ਵੀ ਵਧਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ ਮੈਡੀਟੇਸ਼ਨ ਵਿਅਕਤੀ ਦਾ ਧਿਆਨ ਕੇਂਦਰਿਤ ਕਰਦਾ ਹੈ। ਧਿਆਨ ਲਗਾਉਣ ਨਾਲ ਦਿਲ ਦੀ ਧੜਕਨ ਵੀ ਕੰਟਰੋਲ ਵਿੱਚ ਹੁੰਦੀ ਹੈ। ਇਸ ਲਈ ਮੈਡੀਟੇਸ਼ਨ ਗੁੱਸੇ ਵਿੱਚ ਦਵਾਈ ਦਾ ਕੰਮ ਕਰਦੀ ਹੈ। ਕਿਵੇਂ ਕਰੀਏ ਮੈਡੀਟੇਸ਼ਨ? ਮੈਡੀਟੇਸ਼ਨ ਕਰਨ ਲਈ ਸਹੀ ਸਮਾਂ ਚੁਣੋ। ਸਰੀਰ ਨੂੰ ਸਟ੍ਰੈਚ ਕਰੋ, ਸਾਹ ਤੇ ਫੋਕਸ ਕਰੋ। ਹੌਲੀ-ਹੌਲੀ ਸਾਹ ਅੰਦਰ ਲਵੋ ਤੇ ਫਿਰ ਬਾਹਰ ਛੱਡੋ। ਦਿਮਾਗ ਵਿੱਚ ਕੋਈ ਖਿਆਲ ਨਾ ਲੈ ਕੇ ਆਓ। ਦਿਮਾਗ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਮੈਡੀਟੇਸ਼ਨ ਨੂੰ ਹੌਲੀ-ਹੌਲੀ ਅੱਖਾਂ ਖੋਲ ਕੇ ਖਤਮ ਕਰੋ। ਸ਼ੁਰੂ ਵਿੱਚ ਮੈਡੀਟੇਸ਼ਨ ਕਰਨ ਨਾਲ ਬੇਸ਼ੱਕ ਤੁਸੀਂ ਥੋੜਾ ਨਾਕਾਮਯਾਬ ਹੋਵੋਗੇ, ਪਰ ਪ੍ਰੈਕਟਿਸ ਕਰਨ ਦੇ ਨਾਲ ਤੁਸੀਂ ਹੌਲੀ-ਹੌਲੀ ਮੈਡੀਟੇਸ਼ਨ ਕਰਨ ਵਿੱਚ ਬਿਹਤਰ ਹੋ ਜਾਓਗੇ। ਮੈਡੀਟੇਸ਼ਨ ਕਰਨ ਦੇ ਨਾਲ ਭਾਵਨਾਵਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਹ ਮਨ ਨੂੰ ਸ਼ਾਂਤ ਕਰਨ ਵਿੱਚ ਮਦਦਗਾਰ ਹੈ। ਇਸ ਨਾਲ ਭਾਵਨਾਤਮਕ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਮੈਡੀਟੇਸ਼ਨ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ, ਜਿਸ ਨਾਲ ਵੀ ਮਨ ਸ਼ਾਂਤ ਰਹਿੰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਆਦਤ ਨੂੰ ਛੱਡਣਾ ਚਾਹੁੰਦੇ ਹੋ ਤਾਂ ਧਿਆਨ ਲਗਾਉਣਾ ਇੱਕ ਬਿਹਤਰ ਹੱਲ ਹੈ। ਮੈਡੀਟੇਸ਼ਨ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਮਦਦ ਕਰ ਸਕਦਾ ਹੈ, ਜੋ ਕਿ ਬੁਰੀਆਂ ਆਦਤਾਂ ਨੂੰ ਭੁੱਲਣ ਵਿੱਚ ਵੀ ਲਾਭਦਾਇਕ ਹੈ। ਮੈਡੀਟੇਸ਼ਨ ਖੁਦ ਨਾਲ ਜੁੜਨ ਦਾ ਇੱਕ ਵੱਖਰਾ ਹੀ ਅਨੁਭਵ ਅਤੇ ਕੋਸ਼ਿਸ਼ ਹੁੰਦੀ ਹੈ। ਇਹ ਪੈਰਾਸਿੰਪੈਥੇਟਿਕ ਨੈਟਵਰਕ ਨੂੰ ਉਤੇਜਿਤ ਕਰਦਾ ਹੈ, ਜਿਸ ਨਾਲ ਤੁਹਾਡੀ ਹਾਰਟ ਬੀਟ ਕੰਟਰੋਲ ਹੁੰਦੀ ਹੈ ਅਤੇ ਸਾਹ ਲੈਣ ਵਿੱਚ ਵੀ ਸੁਧਾਰ ਹੁੰਦਾ ਹੈ। ਸੋ ਮੈਡੀਟੇਸ਼ਨ ਉਹ ਇੱਕ ਮੂਲ ਮੰਤਰ ਹੈ ਜੋ ਸਾਡੀ ਲਾਈਫ ਨੂੰ ਬਿਲਕੁਲ ਤਰੀਕੇ ਦੇ ਨਾਲ ਚੇਂਜ ਕਰ ਸਕਦਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮੈਡੀਟੇਸ਼ਨ ਦੇ ਬਹੁਤ ਸਾਰੇ ਫਾਇਦੇ ਹੋਣਗੇ। ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਮੋਬਾਈਲ ਫੋਨ, ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦਾ ਹੈ, ਜਿਸ ਦੇ ਨਾਲ ਕਈ ਵਾਰ ਮੈਂਟਲ ਸਟ੍ਰੈਸ ਦੇ ਵਿੱਚ ਵੀ ਵਾਧਾ ਹੁੰਦਾ ਹੈ। ਆਮ ਘਰਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ। ਇਸ ਦਾ ਇੱਕੋ ਇੱਕ ਕਾਰਨ ਹੈ ਕਿ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਸੋ ਸਭ ਤੋਂ ਪਹਿਲਾਂ ਤਾਂ ਜਾਣ ਲੈਂਦੇ ਹਾਂ ਕਿ ਮੈਡੀਟੇਸ਼ਨ ਕਰਨ ਦੇ ਫਾਇਦੇ ਕੀ ਨੇ। ਭਾਵਨਾਤਮਕ ਸਿਹਤ ਦੇ ਵਿੱਚ ਸੁਧਾਰ ਹੋਣਾ ਸਭ ਤੋਂ ਵੱਡਾ ਫਾਇਦਾ ਹੈ ਮੈਡੀਟੇਸ਼ਨ ਕਰਨ ਦਾ। ਤਣਾਅ ਇਸ ਦੇ ਨਾਲ ਘੱਟ ਹੁੰਦਾ ਹੈ। ਤਣਾਅ ਘੱਟ ਕਰਨ ਦਾ ਇੱਕ ਮੂਲ ਮੰਤਰ ਹੈ ਮੈਡੀਟੇਸ਼ਨ।
ਸਿਹਤ ਵਿੱਚ ਚੰਗਾ ਸੁਧਾਰ ਦੇਖਣ ਨੂੰ ਮਿਲਦਾ ਹੈ। ਮੈਡੀਟੇਸ਼ਨ ਕਰਨ ਦੇ ਨਾਲ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਦੇਖਣ ਨੂੰ ਮਿਲਦਾ ਹੈ। ਸ਼ਾਇਦ ਇਹ ਸੁਧਾਰ ਦਵਾਈਆਂ ਲੈਣ ਦੇ ਨਾਲ ਉਨੀ ਜਲਦੀ ਨਾ ਹੋਵੇ, ਲੇਕਿਨ ਮੈਡੀਟੇਸ਼ਨ ਜਦੋਂ ਮਨ ਸ਼ਾਂਤ ਰਹੇਗਾ ਤਾਂ ਸਿਹਤ ਆਪਣੇ ਆਪ ਹੀ ਜਿਹੜੀ ਹੈ ਉਹ ਚੰਗੀ ਰਹੇਗੀ। ਸਰੀਰ ਦੇ ਵਿੱਚ ਜੋ ਹੈ ਮੈਡੀਟੇਸ਼ਨ ਕਰਨ ਦੇ ਨਾਲ ਪੋਜ਼ਿਟਿਵ ਊਰਜਾ ਵੀ ਫੈਲਦੀ ਹੈ। ਪੋਜ਼ਿਟਿਵ ਊਰਜਾ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੌਰਾਨ, ਜਿੱਥੇ ਹਰ ਕੋਈ ਬਿਜ਼ੀ ਲਾਈਫ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਉਸ ਸਮੇਂ ਵਿੱਚ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਮੈਡੀਟੇਸ਼ਨ ਕਰਨਾ ਪੋਜ਼ਿਟਿਵ ਦੇ ਹੋਣ ਦੇ ਲਈ ਵੀ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਲਾਭਦਾਇਕ ਹੈ। ਨੀਂਦ ਦੀ ਗੁਣਵੱਤਾ ਦੇ ਵਿੱਚ ਵਾਧਾ ਹੁੰਦਾ ਹੈ। ਚੰਗੀ ਨੀਂਦ ਆਵੇਗੀ ਤਾਂ ਚੰਗੀ ਸਿਹਤ ਰਹੇਗੀ। ਮੈਡੀਟੇਸ਼ਨ ਕਰਨ ਦੇ ਨਾਲ ਜਦੋਂ ਤੁਸੀਂ ਕਿਸੇ ਚੀਜ਼ ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਜੋ ਲਾਈਫ ਹੈ ਉਹ ਕਾਫੀ ਬਿਹਤਰ ਹੋ ਜਾਂਦੀ ਹੈ। ਬਲੱਡ ਪ੍ਰੈਸ਼ਰ ਦੇ ਵਿੱਚ ਸੰਤੁਲਨ ਬਣਾਈ ਰੱਖਣ ਦੇ ਵਿੱਚ ਮੈਡੀਟੇਸ਼ਨ ਬਹੁਤ ਜ਼ਿਆਦਾ ਕਾਰਗਰ ਹੈ। ਜਦੋਂ ਗੁੱਸਾ ਆਉਂਦਾ ਹੈ ਤਾਂ ਜਾਦੂਈ ਦਵਾਈ ਦਾ ਕੰਮ ਕਰਦਾ ਮੈਡੀਟੇਸ਼ਨ। ਬੁਰੀਆਂ ਆਦਤਾਂ ਛੱਡਣ ਦੇ ਵਿੱਚ ਵੀ ਮੈਡੀਟੇਸ਼ਨ ਜੋ ਹੈ ਉਹ ਕਾਫੀ ਜ਼ਿਆਦਾ ਮਦਦਗਾਰ ਹੈ। ਗੁੱਸੇ ਤੇ ਕਾਬੂ ਕਰਨ ਦੇ ਵਿੱਚ ਬਹੁਤ ਵੱਡੀ ਦਵਾਈ ਹੈ ਮੈਡੀਟੇਸ਼ਨ। ਗੁੱਸੇ ਵਿੱਚ ਕਿਸੇ ਵੀ ਵਿਅਕਤੀ ਦੀਆਂ ਭਾਵਨਾਵਾਂ ਤੇ ਕਾਬੂ ਹੀ ਨਹੀਂ ਹੁੰਦਾ। ਗੁੱਸੇ ਵਿੱਚ ਸੋਚਣ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਹੈ। ਗੁੱਸੇ ਵਿੱਚ ਜੋ ਹੈ ਦਿਲ ਦੀ ਧੜਕਨ ਵੀ ਵਧਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ ਮੈਡੀਟੇਸ਼ਨ ਵਿਅਕਤੀ ਦਾ ਧਿਆਨ ਕੇਂਦਰਿਤ ਕਰਦਾ ਹੈ। ਧਿਆਨ ਲਗਾਉਣ ਦੇ ਨਾਲ ਦਿਲ ਦੀ ਧੜਕਨ ਖੁਦ ਹੀ ਜੋ ਹੈ ਉਹ ਕੰਟਰੋਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੀ ਹੈ। ਇਸ ਲਈ ਮੈਡੀਟੇਸ਼ਨ ਗੁੱਸੇ ਵਿੱਚ ਦਵਾਈ ਦਾ ਕੰਮ ਕਰਦੀ ਹੈ। ਇਸ ਲਈ ਜਦੋਂ ਵੀ ਗੁੱਸਾ ਆਵੇ ਤਾਂ ਜ਼ਰੂਰ ਮਨ ਨੂੰ ਸ਼ਾਂਤ ਕਰਨ ਦੇ ਲਈ ਮੈਡੀਟੇਸ਼ਨ ਕਰ ਲੈਣਾ ਚਾਹੀਦਾ ਹੈ। ਇਹਦੇ ਨਾਲ ਇੱਕ ਬਹੁਤ ਵੱਡਾ ਲਾਭ ਹੋਵੇਗਾ, ਕਿਉਂਕਿ ਅੱਜ ਦੇ ਸਮੇਂ ਵਿੱਚ ਕਿਸੇ ਕੋਲ ਵੀ ਪੇਸ਼ੈਂਸ ਉਹਨੇ ਨਹੀਂ ਰਹੇ ਕਿ ਉਹ ਆਪਣੇ ਗੁੱਸੇ ਨੂੰ ਸ਼ਾਂਤ ਕਰ ਸਕਣ। ਲੇਕਿਨ ਰੋਜ਼ਾਨਾ ਜੇਕਰ ਤੁਸੀਂ ਆਪਣੇ ਮਨ ਨੂੰ ਸ਼ਾਂਤ ਰੱਖੋਗੇ, ਯੋਗਾ ਕਰੋਗੇ, ਵਰਕਆਊਟ ਕਰੋਗੇ, ਮੈਡੀਟੇਸ਼ਨ ਕਰੋਗੇ ਤਾਂ ਜੋ ਜੀਵਨ ਦੇ ਵਿੱਚ ਸੁਧਾਰ ਹੋਵੇਗਾ ਉਹ ਤੁਸੀਂ ਖੁਦ ਵੀ ਮਹਿਸੂਸ ਕਰੋਗੇ। ਤੇ ਹੁਣ ਸਵਾਲ ਹੈ ਕਿ ਮੈਡੀਟੇਸ਼ਨ ਕਰੀਏ ਕਿਵੇਂ? ਮੈਡੀਟੇਸ਼ਨ ਨੂੰ ਕਰਨ ਦਾ ਸਹੀ ਤਰੀਕਾ ਕੀ ਹੈ? ਮੈਡੀਟੇਸ਼ਨ ਕਰਨ ਦੇ ਲਈ ਸਹੀ ਸਮਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚੁਣਨਾ ਚਾਹੀਦਾ ਹੈ। ਸਰੀਰ ਨੂੰ ਸਟ੍ਰੈਚ ਕਰੋ, ਯੋਗਾ ਦਾ ਸਹਾਰਾ ਲਓ, ਸਾਹ ਤੇ ਫੋਕਸ ਕਰੋ। ਹੌਲੀ ਹੌਲੀ ਸਾਹ ਅੰਦਰ ਲਵੋ ਤੇ ਫਿਰ ਬਾਹਰ ਛੱਡੋ। ਇਸ ਦੇ ਨਾਲ ਧਿਆਨ ਕੇਂਦਰਿਤ ਹੁੰਦਾ ਹੈ। ਦਿਮਾਗ ਦੇ ਵਿੱਚ ਕੋਈ ਖਿਆਲ ਨਾ ਲੈ ਕੇ ਆਵੋ। ਸਭ ਤੋਂ ਜ਼ਰੂਰੀ ਹੈ ਕਿ ਨੈਗੇਟਿਵ ਖਿਆਲ ਤੁਹਾਡੇ ਮਨ ਵਿੱਚ ਜਾਂ ਦਿਮਾਗ ਵਿੱਚ ਨਹੀਂ ਆਉਣੇ ਚਾਹੀਦੇ। ਦਿਮਾਗ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ ਜਦੋਂ ਵੀ ਤੁਸੀਂ ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਨੂੰ ਹੌਲੀ ਹੌਲੀ ਅੱਖਾਂ ਖੋਲ ਕੇ ਖਤਮ ਕਰਨਾ ਚਾਹੀਦਾ ਹੈ। ਤੁਸੀਂ ਆਪਣੇ ਅੱਗੇ ਇੱਕ ਮੋਮਬੱਤੀ ਜਗਾ ਕੇ ਵੀ ਆਪਣਾ ਧਿਆਨ ਕੇਂਦਰਿਤ ਕਰ ਸਕਦੇ ਹੋ। ਮੈਡੀਟੇਸ਼ਨ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਜਦੋਂ ਅਸੀਂ ਕਿਸੇ ਵੀ ਚੀਜ਼ ਤੇ ਧਿਆਨ ਕੇਂਦਰਿਤ ਕਰਨਾ ਹੋਵੇ। ਇਸ ਤੋਂ ਇਲਾਵਾ ਮੈਡੀਟੇਸ਼ਨ ਕਰਨ ਦੇ ਲਈ ਤੁਸੀਂ ਕਿਸੇ ਮੰਤਰ ਦਾ ਜਾਪ ਵੀ ਕਰ ਸਕਦੇ ਹੋ। ਮੰਤਰ ਜਾਪ ਦੇ ਨਾਲ ਵੀ ਜੋ ਹੈ ਧਿਆਨ ਕੇਂਦਰਿਤ ਹੁੰਦਾ ਹੈ। ਸੋ ਮੈਡੀਟੇਸ਼ਨ ਦੇ ਕਈ ਫਾਇਦੇ ਨੇ। ਮੈਡੀਟੇਸ਼ਨ ਕਰਨ ਦੇ ਨਾਲ ਜੋ ਹੈ ਸਿਹਤ ਵਿੱਚ ਸੁਧਾਰ ਹੁੰਦਾ ਹੈ। ਅੱਜ ਕੱਲ ਅਕਸਰ ਜੋ ਹੈ ਲੋਕਾਂ ਦੇ ਵਿੱਚ ਪੇਸ਼ੈਂਸ ਨਹੀਂ ਦੇਖਿਆ ਜਾ ਰਿਹਾ। ਜ਼ਿਆਦਾਤਰ ਸਵਾਲ ਤੁਹਾਡੇ ਇਹ ਵੀ ਹੋਣਗੇ ਕਿ ਜੋ ਲੋਕ ਆਫਿਸ ਦੇ ਵਿੱਚ ਵਰਕ ਕਰਦੇ ਨੇ ਜਾਂ ਫਿਰ ਉਹਨਾਂ ਦੀ ਕਾਫੀ ਬਿਜ਼ੀ ਸ਼ੈਡਿਊਲ ਹੈ, ਉਹ ਕਿਸ ਤਰ੍ਹਾਂ ਮੈਡੀਟੇਸ਼ਨ ਨੂੰ ਸਮਾਂ ਦੇ ਸਕਦੇ ਨੇ? ਮੈਡੀਟੇਸ਼ਨ ਕਰਨ ਦੇ ਲਈ ਜਾਂ ਯੋਗਾ ਕਰਨ ਦੇ ਲਈ ਸਮਾਂ ਕਿਸ ਤਰ੍ਹਾਂ ਕੱਢ ਸਕਦੇ ਨੇ? ਉਸ ਸਥਿਤੀ ਦੇ ਵਿੱਚ ਵੀ ਜ਼ਰੂਰ ਤੁਹਾਨੂੰ ਥੋੜਾ ਸਮਾਂ ਆਪਣੇ ਲਈ ਕੱਢਣਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈ ਕਿ ਮੈਡੀਟੇਸ਼ਨ ਕਰਨ ਦੇ ਲਈ ਤੁਸੀਂ 1 ਘੰਟਾ ਧਿਆਨ ਕੇਂਦਰਿਤ ਕਰੋ। ਜੇਕਰ ਤੁਸੀਂ ਆਪਣੇ ਉੱਤੇ 10 ਮਿੰਟ ਵੀ ਲਗਾਓਗੇ ਤਾਂ ਮੈਡੀਟੇਸ਼ਨ ਦਾ ਜੋ ਜਾਦੂ ਹੈ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਸਰ ਕਰੇਗਾ, ਜ਼ਰੂਰ ਦੇਖਣ ਨੂੰ ਮਿਲੇਗਾ। ਜ਼ਿਆਦਾਤਰ ਮੈਡੀਟੇਸ਼ਨ ਜੋ ਹੈ ਬਿਮਾਰੀਆਂ ਤੋਂ ਦੂਰ ਰੱਖਦਾ ਸਰੀਰ ਨੂੰ। ਸੋ ਸ਼ੁਰੂ ਦੇ ਵਿੱਚ ਮੈਡੀਟੇਸ਼ਨ ਕਰਨ ਦੇ ਨਾਲ ਬੇਸ਼ੱਕ ਤੁਸੀਂ ਥੋੜਾ ਨਾਕਾਮਯਾਬ ਵੀ ਹੋਵੋਗੇ। ਮੈਡੀਟੇਸ਼ਨ ਕਰਨ ਦੇ ਨਾਲ ਥੋੜੀ ਬਹੁਤ ਜਿਹੜੀ ਹੈ ਤੁਹਾਨੂੰ ਪਰੇਸ਼ਾਨੀ ਵੀ ਹੋਵੇਗੀ, ਲੇਕਿਨ ਜੇਕਰ ਤੁਸੀਂ ਹੌਲੀ-ਹੌਲੀ ਪ੍ਰੈਕਟਿਸ ਕਰੋਗੇ, ਪ੍ਰੈਕਟਿਸ ਕਰਨ ਦੇ ਨਾਲ ਜ਼ਰੂਰ ਜਿਹੜੀ ਹੈ ਉਹ ਮੈਡੀਟੇਸ਼ਨ ਕਰਨ ਦਾ ਤੁਹਾਨੂੰ ਤਰੀਕਾ ਆ ਜਾਵੇਗਾ। ਸੋ ਮੈਡੀਟੇਸ਼ਨ ਕਰਨ ਦੇ ਨਾਲ ਭਾਵਨਾਵਾਂ ਨੂੰ ਸਭ ਤੋਂ ਜ਼ਿਆਦਾ ਤਾਂ ਕਾਬੂ ਵਿੱਚ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਜ਼ਿਆਦਾ ਗੁੱਸਾ ਆਉਂਦਾ ਹੈ ਜਾਂ ਬਲੱਡ ਪ੍ਰੈਸ਼ਰ ਜ਼ਿਆਦਾ ਹਾਈ ਰਹਿੰਦਾ ਹੈ, ਸਭ ਤੋਂ ਵਧੀਆ ਤਰੀਕਾ ਜੇਕਰ ਤੁਸੀਂ ਦਵਾਈਆਂ ਤੋਂ ਇਲਾਵਾ ਮੈਡੀਟੇਸ਼ਨ ਕਰੋਗੇ ਤਾਂ ਤੁਹਾਨੂੰ ਦਵਾਈਆਂ ਖਾਣ ਦੀ ਵੀ ਜ਼ਿਆਦਾ ਦੇਰ ਜ਼ਰੂਰਤ ਨਹੀਂ ਰਹੇਗੀ, ਕਿਉਂਕਿ ਜੋ ਨੈਚੁਰਲੀ ਤਰੀਕੇ ਦੇ ਨਾਲ ਬਲੱਡ ਪ੍ਰੈਸ਼ਰ ਤੁਹਾਡਾ ਕੰਟਰੋਲ ਦੇ ਵਿੱਚ ਰਹੇਗਾ, ਗੁੱਸਾ ਘੱਟ ਆਵੇਗਾ, ਸਰੀਰ ਦੇ ਵਿੱਚ ਬਿਮਾਰੀਆਂ ਦੀ ਜੋ ਪਕੜ ਹੈ ਉਹ ਰੁਕ ਜਾਵੇਗੀ। ਇਹ ਮਨ ਨੂੰ ਸ਼ਾਂਤ ਕਰਨ ਦੇ ਲਈ ਇੱਕ ਬਹੁਤ ਵੱਡਾ ਮੂਲ ਮੰਤਰ ਹੈ ਕਿ ਮੈਡੀਟੇਸ਼ਨ ਕਰਨ ਦੇ ਨਾਲ ਤੁਹਾਡੇ
ਸਰੀਰ ਦੇ ਵਿੱਚ ਬਹੁਤ ਸਾਰੇ ਚੇਂजेस ਸ਼ੁਰੂ ਹੋ ਜਾਂਦੇ ਨੇ। ਸਭ ਤੋਂ ਵੱਡੀ ਗੱਲ ਹੈ ਕਿ ਕੁਝ ਲੋਕ ਜੋ ਹੈ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਜਿਹੜਾ ਹੈ ਕਈ ਕੁਝ ਕਰਦੇ ਨੇ, ਬਹੁਤ ਸਾਰੇ ਸਟੀਰੋਇਡਸ ਖਾਂਦੇ ਨੇ, ਲੇਕਿਨ ਸਰੀਰ ਨੂੰ ਨੈਚੁਰਲੀ ਤਰੀਕੇ ਦੇ ਨਾਲ ਫਿਟ ਰੱਖਣ ਦੇ ਵਿੱਚ ਵੀ ਮੈਡੀਟੇਸ਼ਨ ਕਾਫੀ ਜ਼ਿਆਦਾ ਕਾਰਗਰ ਹੈ। ਇਸ ਦੇ ਲਈ ਮੈਡੀਟੇਸ਼ਨ ਕਰਨ ਦੇ ਲਈ ਤੁਸੀਂ ਸਵੇਰ ਸਮੇਂ ਆਪਣਾ ਸਮਾਂ ਚੁਣੋ। ਸਵੇਰੇ ਜਲਦੀ ਉੱਠ ਕੇ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ। ਇਹ ਸਹੀ ਸਮਾਂ ਹੈ। ਜ਼ਿਆਦਾਤਰ ਲੋਕਾਂ ਨੂੰ ਸਵੇਰੇ ਜੋ ਹੈ ਉਹ ਸਮਾਂ ਵੀ ਨਹੀਂ ਮਿਲਦਾ ਜੋ ਜ਼ਿਆਦਾਤਰ ਦਫ਼ਤਰ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਸਮਾਂ ਵੀ ਨਹੀਂ ਮਿਲਦਾ ਹੈ। ਲੇਕਿਨ ਮੈਡੀਟੇਸ਼ਨ ਕਰਨ ਦਾ ਸਹੀ ਸਮਾਂ ਸਵੇਰ ਦਾ ਹੈ। ਤੁਸੀਂ ਯੋਗਾ ਦਾ ਸਹਾਰਾ ਲੈ ਸਕਦੇ ਹੋ। ਯੋਗਾ ਕਰਦੇ ਆਪਣੇ ਸਰੀਰ ਨੂੰ ਸਟ੍ਰੈਚ ਕਰਕੇ ਤੁਸੀਂ ਮੈਡੀਟੇਸ਼ਨ ਦੇ ਵੱਲ ਵੀ ਵਧ ਸਕਦੇ ਹੋ। ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ ਹੌਲੀ-ਹੌਲੀ ਮੈਡੀਟੇਸ਼ਨ ਕਰਨਾ ਆਸਾਨ ਨਹੀਂ ਹੁੰਦਾ। ਹੌਲੀ-ਹੌਲੀ ਤੁਹਾਨੂੰ ਇਹ ਮੈਡੀਟੇਸ਼ਨ ਪ੍ਰੈਕਟਿਸ ਕਰਨ ਦੇ ਨਾਲ ਤੁਸੀਂ ਮੈਡੀਟੇਸ਼ਨ ਦੇ ਵਿੱਚ ਬਿਹਤਰ ਹੋ ਜਾਵੋਗੇ। ਸੋ ਤਣਾਅ ਘੱਟ ਕਰਨ ਦੇ ਲਈ ਮੈਡੀਟੇਸ਼ਨ ਸਭ ਤੋਂ ਇੱਕ ਵਧੀਆ ਮੂਲ ਮੰਤਰ ਹੈ। ਮੈਡੀਟੇਸ਼ਨ ਕਰਨ ਦੇ ਕਈ ਤਰੀਕੇ ਵੀ ਹੋ ਸਕਦੇ ਨੇ, ਲੇਕਿਨ ਸਭ ਤੋਂ ਵਧੀਆ ਤਰੀਕਾ ਹੈ ਤੁਸੀਂ ਕਿਸੇ ਚੀਜ਼ ਤੇ ਧਿਆਨ ਕੇਂਦਰਿਤ ਕਰੋ ਜਾਂ ਮੰਤਰ ਜਾਪ ਕਰੋ। ਮੈਡੀਟੇਸ਼ਨ ਕਰਨ ਦਾ ਤੁਸੀਂ ਸਟਾਰਟਿੰਗ ਦੇ ਵਿੱਚ ਇਸ ਦਾ ਸਹਾਰਾ ਲੈ ਸਕਦੇ ਹੋ, ਜਿਸ ਤੋਂ ਬਾਅਦ ਤੁਸੀਂ ਪ੍ਰੈਕਟਿਸ ਕਰਨ ਦੇ ਨਾਲ ਮੈਡੀਟੇਸ਼ਨ ਕਰਨ ਦੇ ਵਿੱਚ ਬਹੁਤ ਸਾਰੇ ਫਾਇਦੇ ਤੁਹਾਨੂੰ ਹੋਣਗੇ। ਤੁਸੀਂ ਮੈਡੀਟੇਸ਼ਨ ਕਰਨ ਦੇ ਵਿੱਚ ਬਿਹਤਰ ਵੀ ਹੋ ਜਾਵੋਗੇ। ਸੋ ਅੱਜ ਦੇ ਇਸ ਸ਼ੋਅ ਦੇ ਵਿੱਚ ਸਭ ਤੋਂ ਜ਼ਿਆਦਾ ਸਾਡਾ ਇਹੀ ਮਕਸਦ ਹੈ ਕਿ ਲੋਕਾਂ ਦੇ ਵਿੱਚ ਪੇਸ਼ੈਂਸ ਕਿਸ ਤਰ੍ਹਾਂ ਆਵੇ। ਜਿਸ ਤਰ੍ਹਾਂ ਅਸੀਂ ਅਕਸਰ ਖਬਰਾਂ ਦੇ ਵਿੱਚ ਵੀ ਸੁਣਦੇ ਹਾਂ ਕਿ ਪੇਸ਼ੈਂਸ ਲੈਵਲ ਬਹੁਤ ਘਟ ਚੁੱਕਿਆ ਹੈ। ਲੋਕਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ, ਘਰਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ। ਇਸ ਨਾਲ ਕਾਫੀ ਹੱਦ ਤੱਕ ਜਿਹੜਾ ਮੈਡੀਟੇਸ਼ਨ ਇਸ ਨੂੰ ਰੋਕਣ ਦਾ ਬਹੁਤ ਵੱਡਾ ਇੱਕ ਤਰੀਕਾ ਹੈ ਕਿ ਮੈਡੀਟੇਸ਼ਨ ਦੇ ਨਾਲ ਤੁਸੀਂ ਖੁਦ ਨੂੰ ਰੋਕ ਸਕਦੇ ਹੋ, ਆਪਣੀ ਭਾਵਨਾਵਾਂ ਦੇ ਉੱਤੇ ਕੰਟਰੋਲ ਕਰ ਸਕਦੇ ਹੋ। ਤਣਾਅ ਘੱਟ ਕਰੇਗਾ ਇਹ ਮੈਡੀਟੇਸ਼ਨ। ਤੁਹਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਬਦਲਾਅ ਲੈ ਕੇ ਆਵੇਗਾ ਮੈਡੀਟੇਸ਼ਨ ਕਰਨ ਦਾ ਤਰੀਕਾ ਵੀ ਹੈ ਉਹ ਹੌਲੀ-ਹੌਲੀ ਤੁਸੀਂ ਸ਼ਾਇਦ ਇਸ ਦੇ ਵਿੱਚ ਨਾਕਾਮਯਾਬ ਰਹੋਗੇ, ਲੇਕਿਨ ਪ੍ਰੈਕਟਿਸ ਕਰਨ ਦੇ ਨਾਲ ਮੈਡੀਟੇਸ਼ਨ ਕਰਨ ਦੇ ਨਾਲ ਜੋ ਹੈ ਬਹੁਤ ਹੱਦ ਤੱਕ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਸੋ ਗੁੱਸੇ ਤੇ ਕੰਟਰੋਲ ਕਰਨ ਦੇ ਲਈ ਮੈਡੀਟੇਸ਼ਨ ਤੋਂ ਵਧੀਆ ਮੂਲ ਮੰਤਰ ਨਹੀਂ ਹੋ ਸਕਦਾ। ਜਦੋਂ ਵੀ ਗੁੱਸਾ ਕੰਟਰੋਲ ਦੇ ਵਿੱਚ ਨਾ ਰਹੇ ਤਾਂ ਜ਼ਰੂਰ ਜੋ ਹੈ ਮੈਡੀਟੇਸ਼ਨ ਕਰ ਲੈਣਾ ਚਾਹੀਦਾ ਹੈ। ਮੈਡੀਟੇਸ਼ਨ ਕਰਨ ਦੇ ਨਾਲ ਤੁਹਾਡੀ ਦੁਨੀਆ ਦੇ ਵਿੱਚ ਜੋ ਚੇਂजेस ਆਉਣਗੇ ਉਹ ਕਾਫੀ ਹੱਦ ਤੱਕ ਲਾਭਦਾਇਕ ਹੋਣਗੇ। ਸੋ ਮੈਡੀਟੇਸ਼ਨ ਨੂੰ ਲੈ ਕੇ ਸਾਡੇ ਦਰਸ਼ਕਾਂ ਦੇ ਬਹੁਤ ਸਾਰੇ ਸਵਾਲ ਹੋਣਗੇ ਕਿ ਮੈਡੀਟੇਸ਼ਨ ਤਾਂ ਠੀਕ ਹੈ, ਮੈਡੀਟੇਸ਼ਨ ਕਰਨ ਦੇ ਨਾਲ ਬਹੁਤ ਹੱਦ ਤੱਕ ਫਾਇਦੇ ਹੁੰਦੇ ਨੇ, ਪਰ ਇਸ ਨੂੰ ਕਰਨ ਦਾ ਸਹੀ ਤਰੀਕਾ ਕੀ ਹੈ। ਸਾਡੇ ਨਾਲ ਗੈਸਟ ਜੁੜੇ ਨੇ, ਮਾਹਿਰ ਜੁੜੇ ਨੇ, ਯੋਗਾ ਟ੍ਰੇਨਰ ਦਿਵਿਆ ਜੀ ਸਾਡੇ ਨਾਲ ਇੱਥੇ ਮੌਜੂਦ ਨੇ। ਸੋ ਦਿਵਿਆ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਸਾਡੇ ਦਰਸ਼ਕਾਂ ਦੇ ਬਹੁਤ ਸਾਰੇ ਸਵਾਲ ਨੇ। ਮੈਡੀਟੇਸ਼ਨ ਅੱਜ ਦਾ ਜਿਹੜਾ ਇਹ ਬਹੁਤ ਜ਼ਿਆਦਾ ਵਧੀਆ ਟੌਪਿਕ ਵੀ ਹੈ, ਕਿਉਂਕਿ ਮੈਡੀਟੇਸ਼ਨ ਕਰਨ ਦੇ ਨਾਲ ਬਹੁਤ ਹੱਦ ਤੱਕ ਗੁੱਸੇ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੇ ਕਿ ਮੈਡੀਟੇਸ਼ਨ ਦੇ ਹੋਰ ਕੀ फायदे ने। मेडिटेशन के फ़ायदे बहुत हैं। पहले तो मैं इस बात पे बोलना चाहूँगी कि ये प्रॉब्लम हो क्यों रही है, बिकॉज़ हमारा लाइफस्टाइल ऐसा है। हम यूजुअली जो ऑफिसेज़ में काम कर रहे हैं, अपनी डेली रूटीन में हैं, चाहे हम हाउसवाइफ्स के लिए बोलें, हम उस पैटर्न में इतना
इंडल्ज हो गए हैं कि हमें अपने पे ध्यान देने का वक्त नहीं है। इवन फॉर किड्स इफ़ आई से तो उनकी आउटडोर एक्टिविटीज़ कम हो गई हैं, उनके फ़ोन पे गेम्स खेलना वो चीज़ ज़्यादा है। सो वो एक फ्रस्ट्रेशन बढ़ाता है, हम बहुत चिड़चिड़े हो जाते हैं, हम रियलाइज़ नहीं करते हैं। सो मेडिटेशन एक बहुत ज़रूरी है एक्चुअली, सभी के लिए बहुत ज़रूरी है। और बहुत टाइप्स ऑफ मेडिटेशन रहते हैं। सो आई वुड से दैट आप सभी को करना चाहिए एटलीस्ट 15-20 मिनट्स बिफोर आप सोने से पहले अगर आप ट्राई करेंगे तो आपके लिए बहुत हेल्पफुल रहेगा। जी दिव्या जी, ਇਹ ਵੀ ਦੱਸੋ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਲੋਕਾਂ ਦੇ ਵਿੱਚ ਪੇਸ਼ੈਂਸ ਲੈਵਲ ਬਿਲਕੁਲ ਖਤਮ ਹੋ ਚੁੱਕਿਆ ਹੈ, ਹੌਲੀ ਹੌਲੀ ਅਪਰਾਧ ਵੱਧਦਾ ਜਾ ਰਿਹਾ ਹੈ, ਆਮ ਘਰਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ, ਗੁੱਸਾ ਆਉਂਦਾ ਹੈ, ਚਿੜਚਿੜਾਪਨ ਹੁੰਦਾ ਹੈ। ਮੈਡੀਟੇਸ਼ਨ ਇਸ ਨੂੰ ਕੰਟਰੋਲ ਕਰਨ ਦੇ ਵਿੱਚ ਕਿਸ ਤਰ੍ਹਾਂ ਮਦਦਗਾਰ ਹੈ? मेडिटेशन आपके अंदर ठहराव लेकर आता है, आपके अंदर पेशेंस लेकर आता है। आपने बहुत सही बोला कि एक पेशेंस लेवल लूज़ कर लिया है सभी ने, चाहे वो एक टीनेज हो चाहे वो एक ग्रोन अप हैं, तो पेशेंस लेवल नहीं है। सो अगर आप मेडिटेशन डेली बेसिस पे करते हैं, स्टार्ट करिए 10 मिनट्स के लिए, 15 मिनट्स के लिए, एंड मूविंग फॉरवर्ड उसको एटलीस्ट 30 मिनट्स के लिए लेकर जाइए। आपके अंदर पेशेंस आएगा, आपका मेंटल पीस आप फील कर पाएंगे और यू विल फील एक बेटर लाइफ, जिसमें आप योगा भी ऐड कर सकते हैं। योगा प्लस मेडिटेशन ये आपके लाइफस्टाइल को बेटर करेगा। ਜੀ ਦਿਵਿਆ ਜੀ, ਸਾਡੇ ਨਾਲ ਦਰਸ਼ਕ ਜੁੜੇ ਨੇ, ਉਹਨਾਂ ਦੇ ਵੀ ਸਵਾਲ ਬਹੁਤ ਨੇ ਮੈਡੀਟੇਸ਼ਨ ਨੂੰ ਲੈ ਕੇ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਅਵਤਾਰ ਸਿੰਘ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਨੂੰ ਜੀ ਸਵੇਰ ਸਵੇਰ ਬਹੁਤ ਗੁੱਸਾ ਆਉਂਦਾ ਜੀ, ਤੇ ਇਹਦਾ ਸਮਾਂ ਕਦੋਂ ਮੈਡੀਟੇਸ਼ਨ ਕਰਨ ਦਾ? ਦਿਵਿਆ ਜੀ, ਸਹੀ ਸਮਾਂ ਕੀ ਹੈ ਮੈਡੀਟੇਸ਼ਨ ਕਰਨ ਦਾ? ਗੁੱਸਾ ਉਹਨਾਂ ਦਾ ਸਵਾਲ ਹੈ ਕਿ ਗੁੱਸਾ ਬਹੁਤ ਆਉਂਦਾ, ਲੇਕਿਨ ਮੈਡੀਟੇਸ਼ਨ ਕਰੀਏ ਕਿਵੇਂ ਤੇ ਇਸ ਦਾ ਕੀ ਸਹੀ ਸਮਾਂ ਹੈ? आप सुबह के वक्त कर सकते हैं, हम सूर्यास्त के बाद नहीं करते हैं मेडिटेशन। आप सुबह सुबह कर सकते हैं, आप वॉक पे जाइए, अपने पे ध्यान दो। एंड खाना जो है हमें कहा जाता है, हम सात्विक भोजन में आ नहीं पाते, हम बात करते हैं, पर ये एक साइकिल है एक्चुअली। आप सुबह वॉक पे जाइए, खुद पे ध्यान दीजिए और 15-20 मिनट एकांत में बैठने की कोशिश करें। एंड अगर आप मंत्र मेडिटेशन होता है, आपको अगर गुस्सा आता है तो आप मंत्र मेडिटेशन ट्राई कर सकते हैं, जहाँ पे आप मंत्र चैंट करते हैं। अगर आप एक ओंकार कर सकते हैं, सो ये आपको बहुत हेल्प करेगा। ਜੀ ਦਿਵਿਆ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਜਿਹੜਾ ਸਵੇਰ ਦਾ ਸਮਾਂ ਹੁੰਦਾ ਹੈ, ਪਰ ਮੇਰਾ ਇੱਕ ਸਵਾਲ ਹੈ, ਸਾਡੇ ਦਰਸ਼ਕ ਵੀ ਇਹ ਜਾਣਨਾ ਜ਼ਰੂਰ ਚਾਹਣਗੇ ਕਿ ਦਫ਼ਤਰ ਦੇ ਵਿੱਚ ਕੰਮ ਕਰਦੇ ਲੋਕੀ ਜਾਂ ਜਿਹੜੇ ਬਿਜ਼ੀ ਰੂਟੀਨ ਜਿਹੜੀ ਜੀ ਰਹੇ ਨੇ, ਉਹਨਾਂ ਦੇ ਲਈ ਮੈਡੀਟੇਸ਼ਨ ਕਰਨ ਦਾ ਸਹੀ ਸਮਾਂ ਕੀ ਹੈ? ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਸ਼ਾਂਤ ਰੱਖਣ? ਦਫ਼ਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਜਾਂ ਫਿਰ ਉਹਨਾਂ ਵਰਕਰਸ ਨੂੰ ਜ਼ਿਆਦਾਤਰ ਟਾਈਮ ਹੀ ਨਹੀਂ ਮਿਲਦਾ, ਉਹ ਕਿਸ ਤਰ੍ਹਾਂ ਸ਼ਾਂਤ ਰੱਖਣ? मैं योगा इंस्ट्रक्टर के साथ साथ HR मैनेजर भी हूँ, तो मैं IT और ये दोनों चीज़ें मैनेज करती हूँ। लेकिन मैं मेक श्योर करती हूँ कि सोने से पहले खुद को 15 से 20 मिनट में ज़रूर दूँ मेडिटेशन के लिए, जहाँ पे सिर्फ जो मेरी स्लीप बेटर करता है। अगर मैं सोऊंगी अच्छे से तो सारी साइकिल सही से चलेगी मेरी। मैं रिपीट करूँगी कि ये एक लाइफस्टाइल की साइकिल है। आप अगर अपना भोजन तीखा कम खाएंगे, तीखा हम मना करते हैं डॉक्टर्स, तीखा कम खाइए। एंड आई गेस जो इतना बिजी है, जो सुबह भी वक्त नहीं दे पाते, आई थिंक सोने से पहले 15 से 20 मिनट खुद को देना, आई डोंट थिंक सो इतना बड़ा चैलेंज होगा। ਜੀ ਦਿਵਿਆ ਜੀ, ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਸਵਾਲ ਜਾਣ ਲੈਣੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਸੰਤੋਖ ਸਿੰਘ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੇਰੀ ਸਵਾਲ ਇਹ ਹੈ ਕਿ ਮੈਨੂੰ ਨਾ ਨੀਂਦਰ ਨਹੀਂ ਹੁੰਦੀ। ਜੀ मैं नींदर से बड़ा परेशान हूँ। ਜੀ ਜੀ ਦਿਵਿਆ ਜੀ, ਨੀਂਦ ਨਾ ਆਉਣਾ ਇੱਕ ਬਹੁਤ ਵੱਡਾ ਕਾਰਨ ਹੈ ਸਟ੍ਰੈਸ ਲੈਵਲ ਦਾ। ਸੋ ਕਿਸ ਤਰ੍ਹਾਂ ਮੈਡੀਟੇਸ਼ਨ ਇਸ ਦੇ ਲਈ ਵੀ ਲਾਭਦਾਇਕ ਹੋ ਸਕਦਾ ਹੈ? एक्चुअली टाइप्स होते हैं मेडिटेशन के, जैसे अभी मैंने बताया, उनके गुस्से के लिए मंत्र मेडिटेशन कर सकते हैं। आप योग निद्रा ट्राई कर सकते हैं। योग निद्रा प्रैक्टिस करने से आपका नींद सॉर्ट हो जाएगा कि नींद क्यों नहीं आ रही है। मोस्टली ये रीज़न स्ट्रेस का हो सकता है, जहाँ पे आप बहुत ज़्यादा स्ट्रेस में हैं। सो अपनी नींद
एक्चुअली लूज़ कर देते हैं, उसके वजह से आपको हेल्थ इश्यूज़ भी आते हैं। सो आप योग निद्रा ट्राई कर सकते हैं एंड सेम वो आप सोने से पहले ही ट्राई करें। सो रूम का लाइट डिम करके एंड अपने आप को शांत रख के कुछ वक्त, तो आप योग निद्रा ट्राई कर सकते हैं, आपके लिए काफ़ी हेल्पफुल रहेगा। जी बिल्कुल। दिव्या जी, एक मैਡੀਟੇਸ਼ਨ ਕਰਨ ਦਾ ਇਹ ਵੀ ਤਰੀਕਾ ਹੈ, ਬਹੁਤ ਸਾਰੇ ਲੋਕ ਜੋ ਕੈਂਡਲ ਰੱਖ ਕੇ ਮੈਡੀਟੇਸ਼ਨ ਕਰਦੇ ਨੇ, ਉਹ ਕਿੰਨੀ ਕੁ ਜਿਹੜੀ ਹੈ ਉਹ ਪ੍ਰੈਕਟਿਸ ਕਰਨ ਦੇ ਨਾਲ ਕਿੰਨੇ ਕੁ ਦਿਨਾਂ ਦੇ ਵਿੱਚ ਬੰਦਾ ਯੋਗ ਕਰ ਸਕਦਾ ਹੈ ਜਾਂ ਫਿਰ ਧਿਆਨ ਕੇਂਦਰਿਤ ਕਰ ਸਕਦਾ ਹੈ? ਇਹ ਕਿੰਨਾ ਕੁ ਸਟਾਰਟਿੰਗ ਦੇ ਵਿੱਚ टफ ਹੁੰਦਾ है? ये त्राटिक का मेडिटेशन की आप बात कर रहे हैं, ये हमारा फोकस बढ़ाता है। मोस्टली मैं उनको रेकमेंड करती हूँ जो स्टूडेंट्स हैं, अपनी एजुकेशन और गवर्नमेंट एग्ज़ाम्स के लिए तैयारी करते हैं, तो यूजुअली वो बहुत प्रैक्टिस करते हैं, तो त्राटिका बोलते हैं इसको। सो इट इज़ ग्रेट, एक्चुअली हमारी आँखों के लिए बहुत अच्छा है और हमारे फोकस के लिए बहुत ही अच्छी मेडिटेशन है ये। एंड स्टार्टिंग में यही कहूँगी कि आप 10 से 15 मिनट की मेडिटेशन स्टार्ट करें, खुद पे प्रेशर ना डालें कि मैं अगर बैठा हूँ या बैठी हूँ मेडिटेशन के लिए तो मुझे 30 मिनट ही करना है या 1 घंटा ही करना है। प्रेशराइज होके मत करिए मेडिटेशन, अपने माइंड को रिलैक्स करके बैठिए। जी, एक होर दर्शक दिव्या जी साडे नाल जुड़े ने, सवाल उन्हां दा भी जान लैने आ। की नाम है तुहाडा, कित्थों गल कर रहे हो? गुड आफ्टरनून मैम। हाँ जी मैम, मेरा क्वेश्चन ये है कि अगर हम मेडिटेशन करते हैं तो बहुत सारे आजकल बच्चे हैं जो फ़ोन के अंदर मशरूफ़ रहते हैं, है ना? तो उसके अंदर क्या होता है कि वो अपना टाइम इतना वेस्ट करते हैं और पेरेंट्स के साथ गुस्से में बात करते हैं। तो जब हम मेडिटेशन करते हैं तो उसके लिए एक स्पिरिचुअल प्लेसेस होती हैं, तो जो स्पिरिचुअल प्लेसेस होते हैं तो ऐसे कौन सी प्लेसेस हैं जो जहाँ पे बच्चे बैठ के अपना आराम से मेडिटेशन कर सकते हैं? ओके, तो पहली चीज़ कि प्रॉब्लम भी हमारी है, सोल्यूशन भी हमें निकालना है। हम ही फ़ोन्स प्रोवाइड करते हैं अपने बच्चों को, तो वो चीज़ हमें भी थोड़ा रिस्ट्रिक्ट करना पड़ेगा। एंड सेकेंडली एक ना मिथ है, मैं आपको क्लियर करूँगी कि मेडिटेशन के लिए एक जगह पर होना ज़रूरी है, एक रूम होना ज़रूरी है। मोस्ट इम्पॉर्टेंटली आपका मन होना ज़रूरी है। तो अगर आपका मन नहीं है, आप कहीं भी बैठिए, आप मेडिटेशन नहीं कर सकते। बट येस, आई वुड से कि रूम जहाँ पे डिम लाइट है और कम शोर है, तो आप वहाँ पे ट्राई कर सकते हैं। इवन आप हेडफोन्स पे ट्राई कर सकते हैं अगर आपको ये चीज़ें नहीं है। इट्स जस्ट कि आपकी विल होनी चाहिए करने के लिए, आप कहीं भी कर सकते हैं। आपको किसी मंदिर या गुरुद्वारे जाने की ज़रूरत नहीं है मेडिटेशन के लिए। जी, एक होर कॉलर साडे नाल जुड़े ने। की नाम है तुहाडा, कित्थों गल कर रहे हो? हेलो, हाँ जी, मेरा नाम जी वंशदीप है, मैं रामपुरा फूड तो गल कर रहे हैं जी, बठिंडे कोलों। हाँ जी हाँ जी, मेरा दरअसल रात ਨੂੰ स्लीप साइकिल कंप्लीट नहीं हो रहा जी। फर्स्ट साइकिल तो सही चल पैंदा जी, सैकेंड साइकिल 'ਚ ਮੈਨੂੰ ਦਿੱਕਤ ਆ ਰਹੀ ਆ, ਉਦੋਂ ਮੈਂ ਰਾਤ ਨੂੰ ਬੋਲਣ ਲੱਗ ਜਾਂਦਾ। ਤੁਸੀਂ ਆਪਣਾ ਸਵਾਲ ਇੱਕ ਵਾਰ ਰਿਪੀਟ ਕਰ ਸਕਦੇ ਹੋ? हाँ जी, मेरे रात ਨੂੰ दरअसल बोलने की आदत है जी। मैं फर्स्ट साइकिल तो सही हो जाती, सैकेंड साइकिल 'ਚ दिक्कत आ रही है। आप नींद में बोलते हैं, आप ये कह रहे हैं? हाँ जी, हाँ जी। अच्छा, सो इसके लिए फ़र्स्ट ये चीज़ है कि आपका ब्रेन, आप सो रहे हैं लेकिन आप इतना मे बी शायद ओवर थिंकिंग है, आपकी ओवर थिंकिंग इतनी ज़्यादा अराउंड है आपके माइंड से दैट आप सो रहे हैं बट आपका माइंड स्लीपिंग रेस्टिंग फेज़ में नहीं जाता है। दैट्स वाई आप जब सो भी रहे हैं तो माइंड कहीं ना कहीं इट इज़ वर्किंग, एंड जब आप सुबह उठते हैं तो आप फ्रेशली नहीं उठ पाते हैं। सो इसके लिए मैं यही मोस्टली मैं सजेस्ट करूँगी स्ट्रेस लेवल और स्लीप का जिनको इशू है उनके लिए कि वो रात को ये चीज़ ट्राई करें मेडिटेशन। एंड 1 से 2 घंटा मौन व्रत रखने की कोशिश करें एंड ईट खाना थोड़ा सिंपल खाइए। जी बिल्कुल। ਤਾਂ ਦਿਵਿਆ ਜੀ, ਇਹ ਸਭ ਨੂੰ ਪਤਾ ਹੈ ਕਿ ਮੈਡੀਟੇਸ਼ਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ, ਪਰ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਕੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਮੋਬਾਈਲ ਫੋਨ ਇੱਕ ਉਹ ਜਿਹੜੀ ਹੈ ਆੜ ਬਣ ਜਾਂਦਾ ਹੈ ਕਿ ਮੈਡੀਟੇਸ਼ਨ ਜੇਕਰ ਕਰਨ ਦਾ ਦਿਲ ਵੀ ਹੋਵੇ ਤਾਂ ਮੋਬਾਈਲ ਫੋਨ ਜਾਂ ਸੋਸ਼ਲ ਮੀਡੀਆ ਕਰਨ ਨਹੀਂ ਦਿੰਦਾ, ਉਸ ਚੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਤੇ ਮੈਡੀਟੇਸ਼ਨ ਕਿਵੇਂ ਕੀਤੀ ਜਾ ਸਕਦੀ ਹੈ ਉਸ ਸਥਿਤੀ ਵਿੱਚ? मैंने अभी एक सजेशन दिया भी था कि अगर आप आइसोलेटेड रूम में ऐसे नहीं बैठ पा रहे हैं तो आप वही हेडफोन्स लगा के उस पर अपना मंत्र लगा सकते हैं, फोकस म्यूज़िक लगा सकते हैं। सो आपका फ़ोन भी आपके पास रहेगा और आप मेडिटेशन भी कर सकते हैं। फ़ोन फोबिया आई थिंक
90% लोगों को, सभी को है दैट अब सबको अपना फ़ोन पास में चाहिए। तो पर जब आप इस तरह चलेंगे एंड मेडिटेशन सीधे मत आइए, मैं ये कहूँगी कि पहले आप योग पे ध्यान दीजिए। योग आपके शरीर में ठहराव लेकर आएगा जो आपको मेडिटेशन में हेल्प करेगा। सो इट इज़ जस्ट नॉट मेडिटेशन, योग, आपका खाना और मेडिटेशन, आप ये 3 चीज़ें चेंज करिए तो आई थिंक आपके लिए बहुत हेल्पफुल रहेगा। जी दिव्या जी, एक और सवाल है कि बीमारियां ने जो वो इंसान ਨੂੰ ਨਾ ਕਾਫੀ ਹੱਦ ਤੱਕ ਪਕੜ ਲੈਂਦੀਆਂ ਨੇ, ਮੈਡੀਟੇਸ਼ਨ ਕੀ ਬਿਮਾਰੀਆਂ ਤੋਂ ਵੀ ਰਾਹਤ ਦਿਵਾਉਂਦਾ ਹੈ, ਸਾਨੂੰ ਫਿਟ ਤਾਂ ਬਣਾਉਂਦਾ ਹੈ, ਲੇਕਿਨ ਬਿਮਾਰੀਆਂ ਇਸ ਦੇ ਨਾਲ ਦੂਰ ਹੁੰਦੀਆਂ ਨੇ? मेंटली आपको काफ़ी हेल्प हो जाती है, क्योंकि आप जब आप मेंटली आपके अंदर ठहराव है, क्योंकि आपने सुना होगा कि आधी बीमारी तो हमारे सोचने से ठीक हो जाती है कि मैं ठीक हूँ। सो कितने बार हमारी ओवर थिंकिंग वो बीमारी बढ़ा देती है। अगर आप बोलोगे रोज़ कि मुझे बहुत तेज़ बुखार है, मुझे बहुत तेज़ बुखार है, मैं कुछ नहीं कर सकती या कर सकता, तो आपकी बॉडी सुनती है। एक्चुअली हम बोलते हैं कि जब भी हम अपने बारे में बात कर रहे हैं तो हमेशा पॉजिटिव बात करें, क्योंकि आपकी बॉडी आपकी बात सुन रही है और वो इसी तरह रेसिप्रोकेट करेगी। सो येस, मेडिटेशन डज़ हेल्प मेंटली एटलीस्ट, एंड इफ़ द कोई अगर डिज़ीज़ बहुत बड़ी है तो उससे लड़ने की एटलीस्ट हमारे अंदर वो स्ट्रेंथ आ जाती है, क्योंकि वी से कि नहीं इतनी बड़ी बात नहीं है, ये हो जाएगा। सो येस, मेडिटेशन इज़ वेरी हेल्पफुल, प्लीज़ ब्रिंग इट इन योर डेली रूटीन्स। जी ठीक है, तो साडे नाल दिव्या जी जुड़े कोई ने, तुहाडे होर भी बहुत सारे सवाल होणगे, जरूर तुहाडे नाल थोड़ी देर दे विच वापस गलबात करदे आ। फिलहाल दे लई एक छोटे जिहे ब्रेक दे लई रुकदे आ। सो ब्रेक तो बाद साढ़े सारे दर्शकों का बहुत बहुत स्वागत है। संजीवनी ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਮੈਡੀਟੇਸ਼ਨ ਨੂੰ ਲੈ ਕੇ। ਮੈਡੀਟੇਸ਼ਨ ਬਹੁਤ ਸਾਰੇ ਫਾਇਦੇ ਪਹੁੰਚਾਉਂਦੀ ਹੈ ਸਾਡੇ ਸਰੀਰ ਨੂੰ, ਲੇਕਿਨ ਤੁਹਾਨੂੰ ਇਹ ਬਹੁਤ ਸਾਰੇ ਸਵਾਲ ਹੋਣਗੇ ਸਾਡੇ ਦਰਸ਼ਕਾਂ ਦੇ ਕਿ ਮੈਡੀਟੇਸ਼ਨ ਕਰਨ ਦਾ ਸਹੀ ਸਮਾਂ ਕੀ ਹੈ, ਇਸ ਦੇ ਹੋਰ ਕੀ ਫਾਇਦੇ ਨੇ, ਇਸ ਨੂੰ ਕੀਤਾ ਕਿਵੇਂ ਜਾਵੇ, ਜਾਂ ਪਹਿਲੀ ਵਾਰ ਸਾਨੂੰ ਮੈਡੀਟੇਸ਼ਨ ਕਰਨ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਨੇ, ਉਸ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਖੁਦ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ योगा ट्रेनर ते मैडिटेशन एक्सपर्ट दिव्या साडे नाल जुड़े कोई ने। दिव्या जी बहुत बहुत स्वागत है एक बार फिर तो डेली पोस्ट ते। थैंक यू। तो साडे दर्शकों से बहुत सारे सवाल ने कि किस तरह जिहड़ी है मैडिटेशन कीती जावे। सब तो पहला तो एक बार फिर दर्शकों को ये जरूर दस्सिया जावे कि मैडिटेशन स्टार्टिंग दे विच करन दे विच कुछ लोग जिहड़े ने वो नाकामयाब हो जाते हैं, वो किस तरह स्टार्ट कर सकते हैं मैडिटेशन करना? स्टार्टिंग में स्ट्रगल आता है जब आप स्टार्ट करते हैं, क्योंकि आपको उतने देर तक बैठने की आदत नहीं है एक सेम पॉस्चर में। इसीलिए मैंने मेंशन करा था पहले आप हठ योगा स्टार्ट करो। योगा आपकी बॉडी में ठहराव लेकर आएगा।
जब आप योगा के बाद मेडिटेशन पे जाएंगे तो इट विल गिव यू मोर स्ट्रेंथ टू सिट फॉर मेडिटेशन एंड यस चैलेंजेस आएंगे मे बी 15 दिन मे बी 1 महीना, लेकिन धीरे धीरे वो आप जब रूटीन में अपने लेकर आएंगे तो वो आपका लेवल बढ़ जाएगा। तभी मैंने मेंशन करा था पहले आप 10 से 15 मिनट स्टार्ट कीजिए, उसके बाद आप आगे उसको एक्चुअली वो ग्रेजुअली खुद ही वो धीरे धीरे टाइम बढ़ जाएगा, बट स्टार्ट 10 से 15 मिनट के लिए कीजिए। जी बिल्कुल दिव्या जी, ये भी है कि आजकल ना पेशेंस लेवल बिल्कुल नहीं रहा। हालांकि छोटे बच्चे भी ਅਸੀਂ ਦੇਖਿਆ ਕਿ ਕਾਫੀ ਚਿੜਚਿੜੇ ਰਹਿੰਦੇ ਨੇ, ਮਾਪਿਆਂ ਨਾਲ ਵੀ ਚਿੜੇ ਰਹਿੰਦੇ ਨੇ ਜਾਂ ਬਾਹਰ ਦੋਸਤਾਂ ਦੇ ਨਾਲ ਵੀ ਉਹ ਗੱਲਬਾਤ ਨਹੀਂ ਕਰਦੇ। ਮੋਬਾਈਲ ਫੋਨ ਜਾਂ ਸੋਸ਼ਲ ਮੀਡੀਆ ਕਿੰਨਾ ਕੁ ਵੱਡਾ ਕਾਰਨ ਹੈ ਇਸ ਚੀਜ਼ ਦਾ? सिर्फ बच्चों के लिए नहीं, बड़ों के लिए भी है सोशल मीडिया प्रॉब्लम कि हम फ़ोन नहीं छोड़ पाते हैं, और हमने अपने बच्चों को भी वही चीज़ आगे दे दी है बिकॉज़ वो चीज़ है, आईपैड फ़ोन सबके पास है अवेलेबल एंड वो इसी में इंडल्ज रहते हैं। क्योंकि हम खुद आउटडोर एक्टिविटीज़ नहीं कर रहे हैं तो हम बच्चों को भी नहीं आगे जाने देते हैं। सो फर्स्ट ऑफ ऑल उनकी आउटडोर एक्टिविटीज़ बढ़ानी चाहिए, और उनके लिए इट्स वेरी अर्ली एज इन मेडिटेशन अगर उनको इंटरेस्ट आता है, बट उनकी आउटडोर एक्टिविटीज़ बढ़ाना इस वक्त ज़्यादा ज़रूरी है। वो एकदम से मेडिटेशन पे जंप नहीं कर पाएंगे। जी दिव्या जी, जिस तरीके ਦੇ ਨਾਲ ਜੋ ਆਫਿਸ ਦੇ ਵਿੱਚ ਕੰਮ ਕਰਦੇ ਨੇ ਨਾ ਤਾਂ ਯੋਗਾ ਕਰ ਪਾਉਂਦੇ ਨੇ ਨਾ ਮੈਡੀਟੇਸ਼ਨ ਕਰ ਪਾਉਂਦੇ ਨੇ, ਕਿਉਂਕਿ ਇੱਕ ਸਵੇਰੇ ਬਹੁਤ ਹੈ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਲੋਕਾਂ ਨੇ ਜਲਦੀ ਦਫ਼ਤਰ ਪਹੁੰਚਣਾ ਹੁੰਦਾ ਹੈ। ਉਹਨਾਂ ਲੋਕਾਂ ਦੇ ਲਈ ਵੀ ਜ਼ਰੂਰ ਤੁਸੀਂ ਇਹ ਦੱਸੋ ਕਿ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਫਿਟ ਵੀ ਰੱਖ ਸਕਦੇ ਨੇ ਤੇ ਮਨ ਨੂੰ ਸ਼ਾਂਤ ਵੀ ਕਰ ਸਕਦੇ ਨੇ, ਮੈਡੀਟੇਸ਼ਨ किस तरह करिए? फॉर वर्किंग प्रोफेशनल मैंने यही बोला है कि वो शाम को अपने लिए वक्त निकाल सकते हैं। रात को सोने से पहले आप अपने आप को 15 से 20 मिनट दीजिए एंड एफर्मेशंस भी करते हैं जहाँ पे आप खुद से बात करते हैं कि हम पॉजिटिव टॉक करते हैं खुद से, और अगर हम उस माइंडसेट से रात को सोएंगे तो हम काफ़ी फ्रेशली सुबह उठते हैं। सो फॉर वर्किंग प्रोफेशनल जो सुबह टाइम नहीं दे पाते हैं, आई सजेस्ट प्लीज़ सोने से पहले ये चीज़ स्टार्ट करें। आपकी स्लीप साइकिल बेटर होगी एंड यूल और स्लीप बहुत बेटर भी हो जाएगी। सो आप ये ट्राई कर सकते हैं। जी दिव्या जी, मैडिटेशन जो है वो किन्ने क टाइम जोड़ा ਅਸੀਂ ਕਰ ਸਕਦੇ ਹਾਂ? ਧਿਆਨ ਕੇਂਦਰਿਤ ਕਿੰਨੇ ਕ ਜੋ ਆਮ ਇਨਸਾਨ ਹੈ ਜਿਸਨੇ ਹਲੇ ਸਟਾਰਟ ਹੀ ਕੀਤਾ ਹੁੰਦਾ ਹੈ, ਉਹ ਕਿੰਨਾ ਟਾਈਮ ਮੈਡੀਟੇਸ਼ਨ बहुत आसानी तरीके ਦੇ ਨਾਲ ਕਰ ਸਕਦਾ है? एक ये मिथ है मेडिटेशन की, वो तोड़नी चाहिए। मैंने अभी मेंशन भी करा था ये कि कोई सही जगह नहीं है, ज़रूरी नहीं है आपने एक ही पॉस्चर में बैठना है। आप अपनी कंफर्टेबल पॉस्चर में बैठिए। फोकस हमारा मेन जो मोटिव है मेडिटेशन का वो फोकस है। सो आपको फोकस वो चीज़ आना चाहिए। तो आप अपनी कंफर्टेबल पोजीशन में बैठिए। आपको जैसे स्टार्ट करना है, धीरे धीरे उसमें चेंजेस लेकर आइए। सो यस जी, ਤਾਂ ਇਹ ਵੀ ਜ਼ਰੂਰ ਦਰਸ਼ਕਾਂ ਦਾ ਸਵਾਲ ਹੋਵੇਗਾ ਕਿ ਮੈਂਟਲ ਸਟ੍ਰੈਸ ਕਾਫੀ ਜ਼ਿਆਦਾ ਵੱਧਦਾ ਜਾ ਰਿਹਾ ਹੈ, ਜਿਸ ਤਰੀਕੇ ਦੇ ਨਾਲ ਕਈ ਵਾਰ ਮਨ ਵੀ ਨਹੀਂ ਹੁੰਦਾ ਕਿ ਅਸੀਂ ਮੈਡੀਟੇਸ਼ਨ ਕਰੀਏ ਜਾਂ ਧਿਆਨ ਕੇਂਦਰਿਤ ਕਰੀਏ। ਸੋਸ਼ਲ ਮੀਡੀਆ, ਮੋਬਾਈਲ ਅਕਸਰ ਸਾਡਾ ਧਿਆਨ ਭਟਕਾ ਦਿੰਦੇ ਨੇ। ਐਸੀ ਸਥਿਤੀ ਦੇ ਵਿੱਚ ਖੁਦ ਨੂੰ ਫਿਟ ਕਿਵੇਂ ਰੱਖਿਆ ਜਾ ਸਕਦਾ? ਤੁਸੀਂ ਯੋਗਾ ਐਕਸਪਰਟ ਵੀ ਹੋ, ਮੈਡੀਟੇਸ਼ਨ ਐਕਸਪਰਟ ਵੀ ਹੋ, ਉਸ ਦੇ ਲਈ ਸਾਡੇ ਦਰਸ਼ਕਾਂ ਨੂੰ ਜ਼ਰੂਰ ਟਿਪਸ ਦਿਓ। जी मैं कहूँगी कि विल होनी बहुत ज़रूरी है। आप अगर उस स्टेज पे हो कि जहाँ आपको पता है कि ये प्रॉब्लम है कि हाँ मैं फ़ोन से एडिक्टेड हूँ या मैं ये चीज़ नहीं कर पा रही हूँ, सो फर्स्ट स्टेप इज़ योगा। स्टार्ट करिए, वॉक पे जाइए। योगा दिन का 1 घंटा खुद को देना स्टार्ट करें, जहाँ पे आप खुद की हेल्थ पे खुद की हेल्थ के लिए सोच रहे हैं। चाहे वो वॉक है, चाहे वो जिम है, चाहे वो योगा है, आप 1 घंटा खुद को देना स्टार्ट करें। वो एक छोटा स्टार्ट होगा एंड जब आप खुद में वो चेंजेस देखेंगे तो आपको खुद उस चीज़ से मोटिवेशन आएगी कि नहीं, आई हैव टू डू दैट चेंजेस। बिकॉज डूइंग योगा फॉर 1 आवर ये आपकी डायबिटीज़ कंट्रोल कर सकता है, आपके बीपी के लिए अच्छा है। सो काफ़ी डिजीज़ भी इससे क्योर होती है। जी बिल्कुल दिव्या जी, बुरियां आदतां ना अजकल लोगों के विच काफ़ी ज़्यादा हद तक वध गई, चाहे वो वड्डे होण या बच्चे होण, बुरियां आदतां हर किसी दे विच ने। लेकिन मैडिटेशन कितना कुछ सफल इहदे विच मददगार साबित हो सकता है जेकर मैडिटेशन की जाए? बुरियां आदतां ते कितना कुछ रोकिया जा सकता है इन्हां नूं? कुछ क्लाइंट्स आए थे मेरे पास जिनको स्मोकिंग का एडिक्शन था जी, तो उनका वही था कि उनकी विल थी कि हमें ये चीज़ अपनी लाइफ से हटानी है, हमें इस चीज़ से निकलना है। सो यस, उस चीज़ ने मेडिटेशन
में काफ़ी हेल्प करा, क्योंकि इट इज़ अ वेरी बैड एडिक्शन। आपको एंजाइटी और स्ट्रेस बहुत ज़्यादा हाई लेवल हो जाता है जब आप इस चीज़ से निकल रहे होते हैं। सो मेडिटेशन हैज़ एक्चुअली वर्कड वेरी नाइसली फॉर देम। जी बिल्कुल। ਦਿਵਿਆ ਜੀ, ਜੋ ਮੈਡੀਟੇਸ਼ਨ ਦਾ ਮੁੱਦਾ ਹੈ ਨਾ, ਇਹ ਐਸੇ ਜੋ ਅਸੀਂ ਡਿਸਕਸ ਕਰ ਰਹੇ ਹਾਂ, ਇਸ ਤੋਂ ਲੈ ਕੇ ਵੀ ਹੋਰ ਬਹੁਤ ਸਾਰੀ ਇਹਦੀ ਡੈਪਥ ਇਨਫੋਰਮੇਸ਼ਨ ਹੈ, ਕਿਉਂਕਿ ਅੱਜ ਕੱਲ੍ਹ ਅਸੀਂ ਸਭ ਦੇਖਦੇ ਹਾਂ, ਖਬਰਾਂ ਦੇ ਵਿੱਚ ਸੁਣਦੇ ਹਾਂ ਕਿ ਥੋੜ੍ਹਾ ਬਹੁਤ ਗੁੱਸਾ ਆਇਆ ਘਰ ਦੇ ਵਿੱਚ, ਥੋੜ੍ਹੀ ਬਹੁਤ ਲੜਾਈ ਹੋਈ, ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ। ਇਸ ਚੀਜ਼ ਨੂੰ ਲੈ ਕੇ ਮੈਡੀਟੇਸ਼ਨ ਜੇਕਰ ਕੋਈ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਕਿੰਨਾ ਕੁ ਇਸ ਚੀਜ਼ ਨੂੰ, ਅਪਰਾਧਾਂ ਨੂੰ ਵੀ ਰੋਕਿਆ ਜਾ ਸਕਦਾ ਹੈ? पेशेंस ही है कि फैमिलीज़ में हम देखते हैं कि इश्यूज़ हैं। ये मेन चीज़ यही है कि हमारे मेंटली हम इतने डिस्टर्ब्ड हैं कि हम दूसरों की लाइफ में इतना इंडल्ज रहते हैं कि वो क्या कर रहे हैं, वो क्या है। इट इज़ जस्ट वी आर गेटिंग इन्फ्लुएंस बहुत जल्दी हो रहे हैं हम, जहाँ हमने सोशल मीडिया भी बोला था, तो हम दूसरे को देख कर इन्फ्लुएंस बहुत जल्दी हो रहे हैं। वो अच्छा कर रहा है, वो कम कर रहा है, उसने ऐसे करा, उसने वैसा करा। एंड कितने बार वी कंपेयर अस ऑल्सो कि हम कहीं ना कहीं डिग्रेड हो रहे हैं, उसने अच्छा कैसे कर लिया। सो सेम मैं बोलूँगी, हम विपासना मेडिटेशन होता है जो कि आपका फोकस बहुत बढ़ाता है। सो दिस इज़ द थर्ड मेडिटेशन जो मैंने मेंशन करा है। विपासना मेडिटेशन इज़ ग्रेट फॉर फोकसिंग। ਜੀ, ਇਸ ਨੂੰ ਕਰਨ ਦਾ ਤੁਸੀਂ ਤਰੀਕਾ ਵੀ ਥੋੜਾ ਦੱਸੋਗੇ ਕਿ ਮੈਡੀਟੇਸ਼ਨ ਨੂੰ ਕਿਹੜੇ-ਕਿਹੜੇ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ? ज़रूर। जो अभी नया नया शुरू कर रहे हैं उनके लिए ये चीज़ है कि आप पॉस्चर पे ज़्यादा ध्यान ना दें, आप इस पे ध्यान दें कि आप कितना फोकस कर पा रहे हैं। सो आप पहले नॉर्मल विपासना ट्राई कर सकते हैं स्टार्टिंग में, जहाँ पे आप सिर्फ फोकस पे ध्यान देंगे। देन धीरे मूविंग फॉरवर्ड, अगर आप स्टूडेंट्स हैं, जैसे हमने मेंशन करा था त्राटिका मेडिटेशन, तो हम त्राटिका स्टार्ट कर सकते हैं। त्राटिका के लिए आपके रूम बंद होना चाहिए, आप एक कैंडल या दिया रख सकते हो अपनी आई की लेंथ पर। एंड त्राटिका आप ट्राई कर सकते हैं। जो इमोशनली थोड़ा फेस कर रहे हैं, जिनको एंग्जाइटी और स्ट्रेस ज़्यादा रहता है, वो हार्ट मेडिटेशन ट्राई कर सकते हैं, वो बहुत ज़्यादा हेल्पफुल रहता है उनके लिए। एंड देन यस, एंड फॉर जिनको नींद का इशू है उनके लिए योग निद्रा बेस्ट है। आपको नींद का इशू नहीं रहेगा, आपकी स्लीप साइकिल बैलेंस हो जाएगी। ਜੀ, ਇੱਕ ਹੋਰ ਸਵਾਲ ਹੈ, ਜ਼ਰੂਰ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਇਹ ਸਵਾਲ ਹੋਏਗਾ ਦਿਵਿਆ ਜੀ, ਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਦਾ ਲਾਈਫ ਸਟਾਈਲ ਹੈ ਨਾ, ਹਰ ਕੋਈ ਬਿਜ਼ੀ ਲਾਈਫ ਜੀ ਰਿਹਾ ਹੈ, ਲੇਕਿਨ ਛੋਟੇ ਬੱਚਿਆਂ ਨੂੰ ਜਿਸ ਤਰ੍ਹਾਂ ਸਟਾਰਟਿੰਗ ਦੇ ਵਿੱਚ ਸਕੂਲਾਂ ਦੇ ਵਿੱਚ ਯੋਗਾ ਕਲਾਸਿਸ ਵੀ ਕਰਵਾਈਆਂ ਜਾਂਦੀਆਂ ਨੇ, ਅੱਜ ਕੱਲ੍ਹ ਮੈਡੀਟੇਸ਼ਨ ਕਲਾਸਿਸ ਦਾ ਵੀ ਇੱਕ ਟ੍ਰੈਂਡ ਚੱਲ ਚੁੱਕਿਆ ਹੈ। ਇਸ ਨੂੰ ਤੁਸੀਂ ਕਿੰਨਾ ਕੁ ਸਹੀ ਮੰਨਦੇ ਹੋ ਕਿ ਮੈਡੀਟੇਸ਼ਨ ਤਾਂ ਸਭ ਨੂੰ ਪਤਾ, ਲੇਕਿਨ ਕੋਈ ਜਾਗਰੂਕ ਨਹੀਂ ਹੈ ਮੈਡੀਟੇਸ਼ਨ ਬਾਰੇ? ਹੋਰ ਇਸ ਨੂੰ ਕਿਸ ਤਰ੍ਹਾਂ ਜਾਗਰੂਕਤਾ ਇਸ ਦੇ ਬਾਰੇ ਫੈਲਾਈ ਜਾ ਸਕਦੀ ਹੈ ਕਿ ਲੋਕਾਂ ਨੂੰ ਪਤਾ ਹੋਵੇ ਕਿ ਮੈਡੀਟੇਸ਼ਨ ਕਰਨ ਦੇ ਦਵਾਈਆਂ ਤੋਂ ਵੀ ज़्यादा और ज़्यादा उन्होंने इफेक्टिव प्रभाव नज़र आएंगे? स्कूल्स में शुरू हुआ है तो बहुत अच्छी चीज़ है ये, क्योंकि अगर इसी बच्चे अगर अपने अर्ली एज में इस चीज़ को अपने रूटीन में ले आएंगे तो मूविंग फॉरवर्ड, जैसे अभी अगर मैं किसी को बोलूँ जो ऑलरेडी आईटी में है, अगर मैं उनको बोलूँ 1 घंटे के लिए हमें मेडिटेशन करना है, तो उनके लिए बहुत डिफ़िकल्ट हो जाएगा वो, क्योंकि हम बैठ ही नहीं पाते, क्योंकि इतना पेशेंस हमारी बॉडी में, हमारे इतनी एनर्जी नहीं है हमारे अंदर। सो अगर ये अर्ली एज में ही हम अपने बच्चों की लाइफस्टाइल में अगर हम इंडल्ज करेंगे, सो दैट वुड बी रियली गुड। एंड हमारे खाने पे भी सात्विक भोजन इज़ नॉट सबके लिए पॉसिबल नहीं है, बट येस हम अपने खाने पे ध्यान दे सकते हैं थोड़ा, सो उससे बहुत मदद रहेगी इसमें। ਜੀ ਬਿਲਕੁਲ। ਦਿਵਿਆ ਜੀ, ਇਹ ਵੀ ਦੱਸੋ ਕਿ ਅੱਜ ਕੱਲ੍ਹ ਨਾ ਆਲਸ ਬਹੁਤ ਜ਼ਿਆਦਾ ਆ ਰਿਹਾ ਲੋਕਾਂ ਦੇ ਵਿੱਚ। ਕਈ ਜ਼ਿਆਦਾ ਲੋਕ ਜੋ ਹੈ ਕਾਫੀ ਤੇਜ਼ ਉਹਨਾਂ ਨੂੰ ਨੀਂਦ ਆਉਂਦੀ ਹੈ, ਕਾਫੀ ਗਹਿਰੀ ਨੀਂਦ ਆਉਂਦੀ ਹੈ। ਸੋ ਇਸ ਨੀਂਦ ਦਾ ਕਾਰਨ ਕੀ ਹੋ ਸਕਦਾ ਹੈ? ਮੈਡੀਟੇਸ਼ਨ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਮੈਡੀਟੇਸ਼ਨ ਇਸ ਦੇ ਵਿੱਚ ਕਿਵੇਂ ਜਿਹੜੀ ਹੈ ਫਾਇਦਾ ਪਹੁੰਚਾ ਸਕਦੀ ਹੈ? अगेन ये लेज़ीनेस और पूरा दिन कुछ है कि वो कुछ नहीं करते हैं, वो लेज़ी हैं, अगर काम पे भी हैं तो वो लेज़ी है, लथार्जिक बॉडी फील करती है, फटीक फील करती है। सो वहाँ पर मैं इस चीज़ का कहूँगी कि वो चाहे मेडिटेशन भी ट्राई करें, शायद वो सो जाएंगे, क्योंकि उनका जो खाना है वो ठीक नहीं है। सो अगेन मैं कहूँगी साइकिल है, साइकिल, अगर साइकिल में से एक भी चीज़ अगर नहीं चलेगी तो वो आपकी लाइफ को इफ़ेक्ट करेगी। सो इट्स योगा और वॉक, कुछ फिज़िकल एक्टिविटी ऐड करो, सही खाना खाइए, एंड देन उसके बाद शायद मेडिटेशन में इजी रहेगा।
ਜੀ ਬਿਲਕੁਲ, ਤੁਸੀਂ ਖਾਣੇ ਦਾ ਜ਼ਿਕਰ ਕੀਤਾ ਦਿਵਿਆ ਜੀ, ਵਾਕਈ ਹੈ ਖਾਣੇ ਤੋਂ ਬਹੁਤ ਸਾਰੀਆਂ ਬਿਮਾਰੀਆਂ ਵੀ ਜਿਹੜੀਆਂ ਹੈ ਉਹ ਬਹੁਤ ਸਾਰੀਆਂ ਜਨਮ ਲੈਂਦੀਆਂ ਨੇ। ਤੁਸੀਂ ਯੋਗਾ ਟ੍ਰੇਨਰ ਵੀ ਹੋ, ਯੋਗਾ ਵੀ ਸਿਖਾਉਂਦੇ ਹੋ, ਖੁਦ ਵੀ ਮੈਡੀਟੇਸ਼ਨ ਵੀ ਕਰਦੇ ਹੋ। ਸਭ ਤੋਂ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ कि इंसान फिट रहे। जी आप लोग स्टार्टिंग में क्या कर सकते हैं, हमारा एक रूटीन है कि हम सुबह उठते ही हम ऐसे बड़े हुए हैं कि सुबह उठते ही हमको पराठा और चपाती ये चीज़ें रही है। सो एंड आई थिंक एवरीवन लव्स इट। हम पंजाब में हैं, पंजाब पराठे के बिना सुबह नहीं होती, लेकिन हमें वो चीज़ देखनी पड़ेगी कि हमारी बॉडी में किस तरह इफ़ेक्ट कर रही है। आप सुबह की शुरुआत फ्रूट से कर सकते हैं जिसमें लो शुगर रहता है। आप पपाया ट्राई कर सकते हैं एंड उसके बाद एक मील्स ट्राई करें। अगर आपके लाइफस्टाइल इतना हेक्टिक नहीं है सो हम 2 मील्स पर आ सकते हैं। एंड जो आपका डिनर है वो आप 7 बजे से पहले करिए, 7 बजे के बाद आप डिनर मत करो। सो उससे आपको काफ़ी बैलेंस और लाइटर फील होता है। जी ठीक है दिव्या जी, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਹੈ। ਸਾਡੇ ਦਰਸ਼ਕਾਂ ਦੇ ਬਹੁਤ ਸਾਰੇ ਡਾਊਟਸ ਉਮੀਦ ਕਰਦੇ ਆ ਕਿ ਕਲੀਅਰ ਹੋਏ ਹੋਣਗੇ, ਕਿਉਂਕਿ ਮੈਡੀਟੇਸ਼ਨ ਕਰਨਾ ਕਿਵੇਂ ਕਰਨਾ ਹੈ, ਇਸ ਦੇ ਕੀ ਫਾਇਦੇ ਨੇ, ਉਹ ਸਭ ਦਿਵਿਆ ਜੀ ਨੇ ਦੱਸਿਆ ਹੈ। ਦਿਵਿਆ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਸਾਡੇ ਦਰਸ਼ਕਾਂ ਦੇ ਵੀ ਡਾਊਟਸ ਕਲੀਅਰ ਕੀਤੇ ਨੇ। ਸੋ ਮੈਡੀਟੇਸ਼ਨ ਜੋ ਹੈ ਕਾਫੀ ਹੱਦ ਤੱਕ ਜਿਹੜੀ ਹੈ ਇਫੈਕਟਿਵ ਹੋ ਸਕਦੀ ਹੈ। ਜੇਕਰ ਬਿਮਾਰੀਆਂ ਨੇ ਤੁਹਾਨੂੰ ਘੇਰਿਆ ਹੋਇਆ ਹੈ, ਸਟ੍ਰੈਸ ਹੈ, ਮੈਂਟਲ ਸਟ੍ਰੈਸ ਹੈ, ਗੁੱਸਾ ਜ਼ਿਆਦਾ ਆਉਂਦਾ ਹੈ ਜਾਂ ਆਲਸ ਹੈ, ਇੱਕ ਬਿਜ਼ੀ ਰੂਟੀਨ ਦੇ ਵਿੱਚ ਵੀ ਜੇਕਰ ਤੁਹਾਨੂੰ ਸਵੇਰੇ ਸਮਾਂ ਨਹੀਂ ਮਿਲਦਾ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ 10 ਮਿੰਟ ਮੈਡੀਟੇਸ਼ਨ ਕਰ ਸਕਦੇ ਹੋ। ਮੈਡੀਟੇਸ਼ਨ ਦਾ ਅਸਲ ਮਤਲਬ ਹੀ ਇਹੀ ਹੈ ਕਿ ਧਿਆਨ ਕੇਂਦਰਿਤ ਕਰੋ, ਚਾਹੇ ਤੁਸੀਂ ਮੰਤਰ ਜਾਪ ਕਰੋ, ਚੈਂਟਿੰਗ ਦੇ ਜ਼ਰੀਏ ਤੁਸੀਂ ਇਹ ਜੋ ਮੈਡੀਟੇਸ਼ਨ ਕਰ ਸਕਦੇ ਹੋ। ਉਮੀਦ ਕਰਦੇ ਹਾਂ ਸਾਡੇ ਇਸ ਖਾਸ ਸ਼ੋਅ ਦੇ ਜ਼ਰੀਏ ਮੈਡੀਟੇਸ਼ਨ ਨੂੰ ਲੈ ਕੇ ਤੁਹਾਡੇ ਬਹੁਤ ਹੱਦ ਤੱਕ ਸਵਾਲ ਜਾਂ ਫਿਰ ਡਾਊਟਸ ਕਲੀਅਰ ਹੋ ਗਏ ਹੋਣਗੇ। ਹਰ ਜਿਹੜੀ ਹੈ ਅਸੀਂ ਹਰ ਰੋਜ਼ ਇਸੇ ਖਾਸ ਸ਼ੋਅ ਦੇ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਆਉਂਦੇ ਆ, ਨਵੀਂ ਸਮੱਸਿਆ ਬਾਰੇ ਤੁਹਾਨੂੰ ਦੱਸਦੇ ਆ, ਜਿਸ ਨੂੰ ਲੈ ਕੇ ਲੋਕ ਵੀ ਕਾਫੀ ਜ਼ਿਆਦਾ ਸਵਾਲ ਉਸਦੇ ਜਾਣਨਾ ਚਾਹੁੰਦੇ ਨੇ। ਸਾਡੇ ਮਾਹਿਰ ਤੁਹਾਡੇ ਨਾਲ ਗੱਲਬਾਤ ਕਰਦੇ ਨੇ। ਰੋਜ਼ ਤੁਸੀਂ ਸਾਡੇ ਨਾਲ 1:30 ਵਜੇ ਜੁੜੋ ਤੇ ਆਪਣੀਆਂ ਸਮੱਸਿਆਵਾਂ ਦੱਸੋ ਤੇ ਉਸ ਦਾ ਹੱਲ ਜ਼ਰੂਰ ਪਾਓ, ਕਿਉਂਕਿ ਡਾਕਟਰਾਂ ਦੇ ਨਾਲ ਤੁਸੀਂ ਸਾਡੇ ਨਾਲ ਇਸ ਸ਼ੋਅ ਦੇ ਮਾਧਿਅਮ ਰਾਹੀਂ ਗੱਲਬਾਤ ਕਰ ਸਕਦੇ ਹੋ। ਜ਼ਰੂਰ ਸਾਨੂੰ ਫੋਨ ਕਰਕੇ ਵੀ ਦੱਸਿਓ ਕਿ ਹੋਰ ਕਿਹੜੀਆਂ ਸਮੱਸਿਆਵਾਂ ਦੇ ਉੱਤੇ ਸਾਨੂੰ ਇਸ ਸ਼ੋਅ ਨੂੰ ਲੈ ਕੇ ਆਉਣਾ ਚਾਹੀਦਾ ਹੈ। ਹਰ ਰੋਜ਼ 1:30 ਵਜੇ ਸਮਾਂ ਹੁੰਦਾ ਜਦੋਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਫਿਲਹਾਲ ਇਸ ਸ਼ੋਅ ਦੇ ਵਿੱਚ ਇੰਨਾ ਹੀ, ਤੇ ਲਗਾਤਾਰ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ।